तू मेरे वल है तां क्या मोह छंदा। तुद सब कुछ मैनू सौंपिया जा तेरा बंदा। लक्ष्मी टोट न आवई खाए खर्च रहुंदा। 184 मेदनी सब सेव करंदा। ए वैरी मित्र सब कीतिया नह मंगै मंदा। लेखा कोई ना पुछाई जां हर बख्शंदा। आनंद पया सुख पाया मिल गुरु गोबिंदा। सबे काज सवारे जां तुद भावंदा। सुखो होटल गुर सेविए ऐनस सहज सुभाए। दर्शन परसे गुरु के जन्म मरण दुख जाए। होवे सिफत समधि नूर अरसों कुरसों चटिया। तुद डिठे सच्चे पातशाह माल जन्म जन्म दी कटिया। तुद डिठे सच्चे पातशाह माल जन्म जन्म दी कटिया। सतनाम श्री वाहिगुरु साहिब जीओ। सोरठ महला पंजवा। गुर पूरा भेटो वड भागे मन है पया परगासा। कोई न पहुँचन हारा दूजा अपने साहिब कहाँ परवासा। अपने सतगुरु कै बलहारा आगे सुख पाछे सुख सहजा। कार्य आनंद हमारे गुर पूरा भेटो वड भागे मने पया परगासा। वाहिगुरु जी का खालसा वाहिगुरु जी की फतेह। पतत पावन जुगो जुग अटल। 10 पातशाहियां दे आत्मिक स्वरूप साहिब गुरु ग्रंथ साहिब जियां दी पवित्र पावन हजूरी अंदर सभाईमान हो रही गुरु की संगत। आप संगत ने सतगुरां दे दरबार विच सुशोभित होके सतगुरां दी गुरबाणी दे नितनेम गुरबाणी दे कीर्तन और साहिब गुरु पातशाह जियां दे प्रकाश अमृत वेले तो होए। आप संगतां ने अमृत वेले तो सतगुरां दी सेवा विच पहुँच के गुरबाणी सरवण करके सेवा करके मनुखा जन्म दे इस मिले हुए समय नूं आप संगतां ने सफला बनाया है। इस वेले आपां लड़ीवार गुरबाणी दी कथा शब्द दर शब्द सतगुरां दे हुक्म अनुसार सरवण कर रहे हाँ। आओ अपने मन के ध्यान नूं टकाइए। कबहूँ जियड़ा ऊब चढ़ता है कबहूँ जाए प्याले। ये जो हर वेले ये जो मन दौड़ता रहता है कदे किसी पदार्थ की इच्छा रखता है कदे कदे किसी वस्तु की इच्छा रखता है।
ਇਸ ਦੌੜਦੇ ਹੋਏ ਮਨ ਨੂੰ, ਭਜਦੇ ਹੋਏ ਮਨ ਨੂੰ ਗੁਰੂ ਚਰਨਾਂ ਵਿੱਚ ਟਿਕਾ ਕੇ ਸਤਿਗੁਰਾਂ ਦੀ ਗੁਰਬਾਣੀ ਦਾ ਜੋ ਬਚਨ ਆਪਾਂ ਨੂੰ ਅੱਜ ਪ੍ਰਾਪਤ ਹੋ ਰਿਹਾ, ਉਪਦੇਸ਼ ਪ੍ਰਾਪਤ ਹੋ ਰਿਹਾ, ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਬਾਣੀ ਨੂੰ ਰਚਨਹਾਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇਹ ਸ਼ਬਦ ਆਪਾਂ ਸੋਠ ਰਾਗ ਦੇ ਅੰਦਰ ਸਰਵਣ ਕਰ ਰਹੇ ਹਾਂ। ਸਤਿਗੁਰਾਂ ਨੇ ਇਹ ਸ਼ਬਦ 609 ਅੰਗ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਅੰਕਿਤ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਮੁਖ ਦਾ ਇਹ ਫਰਮਾਨ ਆਪਾਂ ਸਰਵਣ ਕਰ ਰਹੇ ਹਾਂ। ਗੁਰਪੂਰਾ ਭੇਟਿਓ ਵਡ ਭਾਗੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਦੁਨੀਆ ਦੇ ਵਿੱਚ ਕੋਈ ਪਦਾਰਥ ਪ੍ਰਾਪਤ ਕਰਨਾ ਹੈ, ਉਹ ਕਰਮਾਂ ਵਿੱਚ ਹੋਵੇਗਾ, ਭਾਗਾਂ ਵਿੱਚ ਹੋਵੇਗਾ ਤਾਂ ਪ੍ਰਾਪਤ ਹੁੰਦਾ। ਗੁਰਬਾਣੀ ਦਾ ਫਰਮਾਨ ਹੈ, ਭਾਗ ਉਦਮ ਲਬਧਿਅੰਗ ਮਾਇਆ। ਜਿਹੜੀ ਮਾਇਆ ਹੈ ਨਾ, ਦੁਨੀਆ ਦੀ ਸ਼ੌਹਰਤ, ਦੁਨੀਆ ਦਾ ਧਨ, ਇਹ ਵੀ ਜੇ ਭਾਗ ਚੰਗੇ ਹੋਣ, ਕਰਮ ਚੰਗੇ ਹੋਣ ਤਾਂ ਇਹ ਦੁਨੀਆ ਦੇ ਪਦਾਰਥ, ਦੁਨੀਆ ਦੀਆਂ ਵਸਤੂਆਂ ਪ੍ਰਾਪਤ ਹੁੰਦੀਆਂ। ਕੋਈ ਸਾਨੂੰ ਮਰਾਤਬਾ ਮਿਲਿਆ, ਕੋਈ ਡਿਗਰੀ ਮਿਲੀ ਹੈ, ਕੋਈ ਕੁਰਸੀ ਮਿਲੀ ਹੈ, ਕੋਈ ਅਫਸਰੀ ਮਿਲੀ ਹੈ, ਤੇ ਸਤਿਗੁਰਾਂ ਦਾ ਫਰਮਾਨ ਇਹ ਹੈ ਵੀ ਜੇ ਕਰਮਾਂ ਵਿੱਚ ਪਰਮਾਤਮਾ ਨੇ ਉਹ ਦਾਤ ਲਿਖੀ ਹੈ ਤੇ ਉਹ ਤਾਂ ਪ੍ਰਾਪਤ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਜਿੱਥੇ ਦੁਨੀਆ ਦੀਆਂ ਵਸਤੂਆਂ ਕਰਮਾਂ ਵਿੱਚ ਲਿਖੀਆਂ ਨੇ, ਤੇਰੇ ਲਿਖੇ ਭਾਗਾਂ ਵਿੱਚ ਲਿਖੀਆਂ ਤੈਨੂੰ ਮਿਲਦੀਆਂ। ਗੁਰਮੁਖਾ ਇਸੇ ਤਰ੍ਹਾਂ ਜੇ ਗੁਰੂ ਦੀ ਪ੍ਰਾਪਤੀ ਹੈ ਨਾ, ਗੁਰੂ ਦੀ ਪ੍ਰਾਪਤੀ ਵੀ ਭਾਗਾਂ ਬਿਨਾ ਨਹੀਂ ਹੁੰਦੀ, ਕਰਮਾਂ ਬਿਨਾ ਨਹੀਂ ਹੁੰਦੀ। ਗੁਰ ਪੂਰਾ ਭੇਟਿਓ ਵਡ ਭਾਗੀ। ਜਿਹਦੇ ਵੱਡੇ ਭਾਗ ਨੇ, ਜਿਹਦੇ ਚੰਗੇ ਕਰਮ ਨੇ, ਪੂਰਾ ਗੁਰੂ ਵੀ ਉਸ ਨੂੰ ਹੀ ਪ੍ਰਾਪਤ ਹੋਇਆ ਹੈ। ਕਰਮਾਂ ਤੋਂ ਬਿਨਾ ਗੁਰੂ ਨਹੀਂ ਪਾਇਆ ਜਾ ਸਕਦਾ। ਅਸੀਂ ਸੰਗਤ ਵਿੱਚ ਆਉਂਦੇ ਹਾਂ, ਆ ਕੇ ਮੱਥਾ ਟੇਕਦੇ ਹਾਂ, ਸੀਸ ਝੁਕਾਉਂਦੇ ਹਾਂ, ਸੰਗਤ ਵਿੱਚ ਬੈਠ ਕੇ ਕੀਰਤਨ ਕਥਾ ਪਾਠ ਨੂੰ ਸਰਵਣ ਕਰਦੇ। ਕੋਈ ਝਾੜੂ ਲਾਉਣ ਦੀ ਸੇਵਾ ਕਰਦਾ ਹੈ, ਕੋਈ ਬਸਤਰ ਧੋਣ ਦੀ ਸੇਵਾ ਕਰਦਾ। ਇਹ ਸਾਰੇ ਕਰਮ ਅਸੀਂ ਇਸ ਵਾਸਤੇ ਕਰਦੇ ਕਿ ਸਾਡਾ ਗੁਰੂ ਸਾਡੇ ਤੇ ਪ੍ਰਸੰਨ ਹੋ ਕੇ, ਪਰਮੇਸ਼ਰ ਸਾਡੇ ਤੇ ਖੁਸ਼ ਹੋ ਕੇ ਸਾਡੇ ਕਰਮਾਂ ਵਿੱਚ ਕੋਈ ਚੰਗਾ ਲੇਖ ਵੱਡਿਆਂ ਭਾਗਾਂ ਦੇ ਨਾਲ ਸਾਨੂੰ ਪ੍ਰਾਪਤ ਹੋ ਜਾਵੇ, ਜਿਸ ਕਰਕੇ ਅਸੀਂ ਗੁਰੂ ਵਾਲੇ ਬਣ ਕੇ ਸੰਸਾਰ ਤੋਂ ਮੁਕਤ ਹੋ ਜਾਈਏ। ਇਹ ਅਸੀਂ ਦਾਤ ਲੈਣ ਵਾਸਤੇ ਆਏ ਹਾਂ। ਸੰਗਤ ਵਿੱਚ ਵੀ ਵੱਡਾ ਭਾਗ ਪ੍ਰਾਪਤ ਹੋਵੇ ਗੁਰੂ ਨੂੰ ਮਿਲਣ ਵਾਲਾ, ਤੇ ਜਿਨ੍ਹਾਂ ਦੇ ਵੱਡੇ ਭਾਗ ਨੇ ਪ੍ਰਾਪਤ ਉਹ ਹੋਏ, ਜਿਨ੍ਹਾਂ ਦੇ ਭਾਗ ਵੱਡੇ ਨਹੀਂ ਉਹ ਪ੍ਰਾਪਤ ਨਹੀਂ ਹੋ ਸਕੇ। ਸਾਡੇ ਕੋਲ ਇਤਿਹਾਸ ਦਾ ਬਚਨ ਹੈ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਹਰਿਦੁਆਰ ਦੀ ਧਰਤੀ ਤੇ ਗਏ। ਬਹੁਤ ਭਾਰੀ ਵੱਡਾ ਮੇਲਾ ਲੱਗਾ ਹੋਇਆ, ਬੜੇ ਲੋਕ, ਬੇਅੰਤ ਲੋਕ, ਬੇਅੰਤ ਗਿਣਤੀ ਉਹਨਾਂ ਲੋਕਾਂ ਦੀ ਉੱਥੇ ਇਕੱਠੇ ਹੋਏ। ਪਰ ਉਹ ਸਾਰੇ ਦੇ ਸਾਰੇ ਲੋਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਗੁਰੂ ਨਹੀਂ ਧਾਰਨ ਕਰ ਸਕੇ। ਇਸੇ ਤਰ੍ਹਾਂ ਮਹਾਰਾਜ ਕਾਸ਼ੀ ਦੇ ਵਿੱਚ ਗਏ ਨੇ, ਹੋਰ ਕਈਆਂ ਸ਼ਹਿਰਾਂ ਵਿੱਚ ਗਏ, ਸਤਿਗੁਰਾਂ ਦਾ ਆਉਣਾ ਸੁਣਿਆ ਹੈ, ਪਰ ਸਾਰੇ ਲੋਕ ਜਿਹੜੇ ਨੇ ਉਹ ਗੁਰੂ ਵਾਲੇ ਪ੍ਰਾਪਤ ਨਹੀਂ ਹੋਏ। ਭਾਵੇਂ ਮੱਕੇ ਗਏ, ਭਾਵੇਂ ਮਦੀਨੇ ਗਏ, ਭਾਵੇਂ ਇਸੇ ਤਰ੍ਹਾਂ ਮੁਲਤਾਨ ਵਿੱਚ ਗਏ ਨੇ, ਨਾਨਕ ਮਤੇ ਗਏ ਨੇ, ਕਿੰਨੀਆਂ ਸਥਾਨਾਂ 'ਤੇ ਮਹਾਰਾਜ ਜੀਆਂ ਨੇ ਯਾਤਰਾ ਕੀਤੀ ਹੈ, ਪਰ ਸਾਰੀਆਂ ਯਾਤਰਾਵਾਂ ਦੇ ਵਿੱਚ ਉਹ ਲੋਕ ਗੁਰੂ ਵਾਲੇ ਨਹੀਂ ਬਣ ਸਕੇ। ਕੁਝ ਥੋੜ੍ਹੇ ਗਿਣਤੀ ਦੇ ਲੋਕ ਸਨ ਜਿਹੜੇ ਗੁਰੂ ਸ਼ਰਨ ਵਿੱਚ ਆਏ। ਸਤਿਗੁਰੂ ਪਾਤਸ਼ਾਹ ਕਹਿੰਦੇ ਕਾਰਨ ਇਹ ਹੈ ਵੀ ਵੱਡਿਆਂ ਭਾਗਾਂ ਬਿਨਾਂ ਗੁਰੂ ਦੀ ਸ਼ਰਨ ਵਿੱਚ ਆਇਆ ਨਹੀਂ ਜਾਂਦਾ, ਗੁਰੂ ਦਾ ਬਚਨ ਮੰਨਿਆ ਨਹੀਂ ਜਾਂਦਾ, ਗੁਰੂ ਦੇ ਕਹਿਣੇ ਵਿੱਚ ਨਹੀਂ ਆਇਆ ਜਾਂਦਾ। ਪਰ ਜਿਨ੍ਹਾਂ ਦੇ ਵੱਡੇ ਭਾਗ ਨੇ ਨਾ, ਗੁਰ ਪੂਰਾ ਭੇਟਿਓ ਵਡ ਭਾਗੀ। ਜਿਹਦੇ ਵੱਡੇ ਭਾਗ ਨੇ, ਪੂਰਾ ਗੁਰੂ ਵੀ ਉਹਨੂੰ ਹੀ ਮਿਲਿਆ ਹੈ। ਤੇ ਜਿਸ ਨੂੰ ਪੂਰਾ ਗੁਰੂ ਮਿਲਿਆ, ਉਸ ਦੇ ਉੱਪਰ ਬਖਸ਼ਿਸ਼ ਕੀ ਹੁੰਦੀ ਹੈ? ਗੁਰੂ ਨੂੰ ਮਿਲ ਕੇ ਮਹਾਰਾਜ ਫਰਮਾਉਂਦੇ ਹਨ, ਮਨ ਹੈ ਭਇਆ ਪ੍ਰਗਾਸਾ। ਮਨ ਦੇ ਵਿੱਚ, ਹਿਰਦੇ ਵਿੱਚ ਪ੍ਰਗਾਸਾ ਕਹੀਏ, ਗਿਆਨ ਹੋ ਜਾਂਦਾ ਹੈ। ਗਿਆਨ ਦਾ ਪ੍ਰਕਾਸ਼ ਹਿਰਦੇ ਵਿੱਚ ਹੁੰਦਾ ਗੁਰੂ ਨੂੰ ਮਿਲ ਕੇ। ਅਸੀਂ ਤੇ ਗੁਰੂ ਕੋਲ ਆਉਂਦੇ ਹਾਂ ਦੁਨੀਆ ਦੇ ਪਦਾਰਥ ਮੰਗਣ ਵਾਸਤੇ। ਮਹਾਰਾਜ ਇਹ ਮਿਲ ਜਾਵੇ, ਇਹ ਮਿਲ ਜਾਵੇ,
ਪਰ ਅਸਲ ਵਿੱਚ ਗੁਰੂ ਕੋਲ ਆਉਣ ਦਾ ਲਾਭ ਇਹ ਹੈ ਵੀ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਗਿਆਨ ਦਾ ਪ੍ਰਕਾਸ਼ ਕਰਾਉਣ ਵਾਲੇ, ਦੇਣ ਵਾਲੇ ਕੇਵਲ ਸਤਿਗੁਰੂ ਪਾਤਸ਼ਾਹ ਹਨ, ਜਿਨ੍ਹਾਂ ਨੇ ਐਸੀ ਬਖਸ਼ਿਸ਼ ਕੀਤੀ ਹੈ। ਬਚਨ ਮਹਾਰਾਜ ਜੀਆਂ ਦਾ ਗੁਰਬਾਣੀ ਦੇ ਅੰਦਰ ਹੈ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰੇ ਅੰਧਾਰ। ਚੰਦਰਮਾ ਤੇ ਸੂਰਜ ਭਾਵੇਂ ਰੌਸ਼ਨੀ ਤੇ ਜ਼ਰੂਰ ਕਰਦੇ, ਪਰ ਹਿਰਦੇ ਦਾ ਗਿਆਨ, ਮਨ ਦਾ ਗਿਆਨ ਕੇਵਲ ਗੁਰੂ ਨੇ ਦੇਣਾ, ਤੇ ਗੁਰੂ ਦੀ ਪ੍ਰਾਪਤੀ ਭਾਗਾਂ ਤੋਂ ਬਿਨਾਂ ਹੋਣੀ ਨਹੀਂ। ਮਨਹਿ ਭਇਆ ਪਰਗਾਸਾ, ਵੱਡਿਆਂ ਭਾਗਾਂ ਨਾਲ ਜਿਹੜੇ ਗੁਰੂ ਨੂੰ ਪ੍ਰਾਪਤ ਹੋਏ ਨੇ, ਉਹਨਾਂ ਦੇ ਹਿਰਦੇ ਵਿੱਚ ਗੁਰਮੁਖੋ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਹ ਗਿਆਨਵਾਨ ਬਣ ਜਾਂਦੇ, ਉਹ ਸਮਝਦਾਰ ਬਣ ਜਾਂਦੇ। ਗੁਰੂ ਦੇ ਆਸ਼ੇ ਦੇ ਉੱਪਰ, ਗੁਰੂ ਦੇ ਸਿਧਾਂਤ ਦੇ ਉੱਪਰ ਉਹ ਗੁਰਮੁਖ ਜਿਹੜੇ ਹਨ ਆਪਣਾ ਜੀਵਨ ਬਤੀਤ ਕਰਦੇ ਹਨ। ਕੋਈ ਨਾ ਪਹੁੰਚਣ ਹਾਰਾ ਦੂਜਾ। ਸਤਿਗੁਰੂ ਫਰਮਾਉਂਦੇ ਨੇ ਉਹਨਾਂ ਦੀ ਬਰਾਬਰੀ ਕਰਨ ਵਾਲਾ ਦੂਜਾ ਕੋਈ ਹੋ ਹੀ ਨਹੀਂ ਸਕਦਾ ਹੈ। ਜਿਹੜੇ ਗੁਰੂ ਵਾਲੇ ਬਣ ਗਏ ਨਾ, ਗੁਰੂ ਕੇ ਸਿੱਖ ਬਣ ਗਏ, ਉਹਨਾਂ ਦੀ ਬਰਾਬਰੀ ਕਰਨ ਦਾ ਯਤਨ ਤੇ ਬੜਿਆਂ ਨੇ ਕੀਤਾ ਵੀ ਇਹ ਗੁਰੂ ਵਾਲਾ ਬਣਿਆ ਤੇ ਮੈਂ ਇਹਦੀ ਬਰਾਬਰੀ ਕਰਾਂ, ਪਰ ਕਰ ਕੋਈ ਨਹੀਂ ਸਕਿਆ। ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਈਏ ਤੇ ਦੁਨੀਆ ਦਾ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਹਾਥ ਬਾਂਧ ਭਿਲਾ ਕਰ ਡਾਰਿਓ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਭਗਤ ਕਬੀਰ ਸਾਹਿਬ ਵਰਗਿਆਂ ਦੇ ਹੱਥ ਬੰਨ੍ਹ ਕੇ, ਪੋਟਲੀ ਬਣਾ ਕੇ, ਪੰਡ ਬਣਾ ਕੇ ਹਾਥੀ ਦੇ ਅੱਗੇ ਸੁੱਟ ਛੱਡਿਆ। ਕਾਰਨ ਕੀ ਹੈ? ਇਸ ਭਗਤ ਦੀ ਜੈ ਜੈਕਾਰ ਹੁੰਦੀ ਹੈ। ਲੋਕ ਇਸ ਨੂੰ ਬੜਾ ਮੰਨਦੇ ਨੇ, ਲੋਕ ਇਸ ਦੇ ਦਰਸ਼ਨਾਂ ਨੂੰ ਚਾਹੁੰਦੇ ਨੇ। ਮੈਂ ਵੀ ਇਹਦੀ ਬਰਾਬਰੀ ਕਰਾਂ, ਪਰ ਕਿਵੇਂ ਕਰਾਂ? ਇਹਨੂੰ ਖਤਮ ਕਰਦਿਆਂ, ਦੂਰ ਕਰਦਿਆਂ ਕੋਈ ਨਾ ਕੋਈ ਤੋਹਮਤ ਲਾ ਕੇ, ਕੋਈ ਇਲਜ਼ਾਮ ਲਾ ਕੇ ਇਸ ਨੂੰ ਮਾਰ ਦਿੱਤਾ ਜਾਵੇ, ਮੇਰੀ ਪ੍ਰਸਿੱਧੀ ਬਾਅਦ ਵਿੱਚ ਹੋ ਜਾਏਗੀ। ਮਾਰਨ ਦਾ ਯਤਨ ਕੀਤਾ, ਪਰ ਕਬੀਰ ਸਾਹਿਬ ਦੇ ਬਰਾਬਰ ਨਹੀਂ ਪਹੁੰਚ ਸਕੇ। ਇੱਥੇ ਹੀ ਬਸ ਨਹੀਂ, ਵਿਚਾਰੇ ਨਾਮਦੇਵ ਵਰਗਿਆਂ ਨੂੰ ਉਸ ਵੇਲੇ ਸਮੇਂ ਦਾ ਬਾਦਸ਼ਾਹ ਕਹਿੰਦਾ ਵੀ ਆਹ ਕੰਮ ਕਰੇਗਾ ਤੇ ਠੀਕ ਹੈ, ਨਹੀਂ ਤਾਂ ਤੈਨੂੰ ਕਤਲ ਕੀਤਾ ਜਾਏ, ਤੈਨੂੰ ਮਾਰਿਆ ਜਾਏ। ਈਰਖਾਲੂ ਲੋਕ ਈਰਖਾ ਕਰਦੇ ਨਾ ਵੀ ਇਹ ਖਤਮ ਹੋ ਜਾਵੇ, ਸਾਡੀ ਜੈ ਜੈਕਾਰ ਵੱਧ ਜਾਵੇ, ਅਸੀਂ ਇਹਦੇ ਬਰਾਬਰ ਹੋ ਜਾਈਏ। ਮਹਾਰਾਜ ਕਹਿਣ ਲੱਗੇ, ਕੋਏ ਨਾ ਪਹੁੰਚਣ ਹਾਰਾ ਦੂਜਾ। ਰੱਬ ਦੇ ਭਗਤ ਦੇ ਬਰਾਬਰ ਕੋਈ ਦੂਜਾ ਦੁਨੀਆ ਦਾ ਇਨਸਾਨ ਭਾਵੇਂ ਯਤਨ ਕਰ ਵੀ ਲਵੇ, ਪਰ ਪਹੁੰਚ ਨਹੀਂ ਸਕਦਾ। ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਮਹਾਰਾਜ ਆਪਣੇ ਨਗਰ ਚਲੇ ਗਏ। ਮੱਤੇ ਦੀ ਸਰਾਂ, ਨਾਂਗੇ ਦੀ ਸਰਾਂ ਜਿਸ ਨੂੰ ਕਿਹਾ ਜਾਂਦਾ, ਮੁਕਤਸਰ ਦੀ ਧਰਤੀ ਨੂੰ ਮਹਾਰਾਜ ਇਸ ਵੇਲੇ ਚਰਨ ਪਾਉਣ ਵਾਸਤੇ ਗਏ ਤੇ ਪਾਤਸ਼ਾਹ ਪਹੁੰਚੇ ਨਾ ਆਪਣੇ ਇਲਾਕੇ ਵਿੱਚ, ਤੇ ਇੱਥੇ ਇੱਕ ਚੌਧਰੀ ਰਹਿੰਦਾ, ਬੜਾ ਮਾਇਆ ਧਾਰੀ, ਬੜਾ ਅਮੀਰ ਆਦਮੀ ਹੈ। ਜਦੋਂ ਇਸ ਨੂੰ ਪਤਾ ਲੱਗਾ ਵੀ ਗੁਰੂ ਪਾਤਸ਼ਾਹ ਆਏ ਤੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਵੀ ਇਕੱਠੀਆਂ ਹੋ ਗਈਆਂ ਤੇ ਚੌਧਰੀ ਆ ਗਿਆ। ਹੁਣ ਚੌਧਰੀ ਦੇ ਮਨ ਵਿੱਚ ਖਿਆਲ ਇਹ ਹੈ ਕਿ ਇਹ ਬਾਲਕ ਬੱਚਾ ਉਹੀ ਹੈ ਜਿਹੜਾ ਇੱਥੋਂ ਸਾਡੇ ਨਗਰ ਵਿੱਚੋਂ ਗਿਆ। ਗੁਰੂ ਅੰਗਦ ਦੇ ਪਾਤਸ਼ਾਹ ਨੂੰ ਪੂਰਾ ਗੁਰੂ ਜਾਣ ਕੇ ਸਤਿਕਾਰ ਨਹੀਂ ਦੇਣਾ ਚਾਹੁੰਦਾ। ਇੱਕ ਬਾਲਕ ਆਪਣੇ ਇਲਾਕੇ ਦਾ ਜਾਣ ਕੇ ਆਪਣੀ ਵਡਿਆਈ ਵਾਸਤੇ ਵੀ ਇਹ ਬਾਲਕ ਮੈਨੂੰ ਕਵੇ ਕਿ ਮੈਂ ਚੌਧਰੀ ਹਾਂ, ਮੈਂ ਇਲਾਕੇ ਦਾ ਮਾਲਕ ਹਾਂ, ਮੈਨੂੰ ਸਤਿਕਾਰ ਵੱਧ ਮਿਲੇ, ਮੈਂ ਇਹਨਾਂ ਦੀ ਬਰਾਬਰੀ ਤੇ ਪਹੁੰਚ ਸਕਾਂ। ਮਨ ਵਿੱਚ ਇਹ ਸੋਚ ਕੇ ਜਿਸ ਪਲੰਗੇ ਤੇ ਬੈਠੇ ਨਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ, ਉਸ ਪਲੰਗੇ ਦੇ ਸਰਾਣੇ ਵਾਲੇ ਪਾਸੇ ਬੈਠ ਗਿਆ। ਪਲੰਗੇ ਤੋਂ ਥੱਲੇ ਬੈਠਣਾ ਮਨਜ਼ੂਰ ਨਹੀਂ ਹੈ, ਕਿਉਂਕਿ ਮੈਂ ਤੇ ਬਰਾਬਰੀ ਕਰਨੀ ਹੈ ਨਾ। ਥੱਲੇ ਬੈਠਾਂਗਾ ਮੈਂ ਨੀਵਾਂ ਹੋ ਜਾਵਾਂਗਾ। ਇਹ ਸਾਡੇ ਇਲਾਕੇ ਦਾ ਬਾਲਕ ਹੈ, ਇਹਦੀ ਮਹਿਮਾ ਹੋਰ ਵੱਧ ਜਾਏਗੀ। ਮੈਂ ਥੱਲੇ ਨਹੀਂ ਬੈਠ ਸਕਦਾ, ਮੰਜੇ ਤੇ ਬੈਠਾਂਗਾ। ਪਰ ਜੇ ਪੈਂਦ ਵਾਲੇ ਪਾਸੇ ਬੈਠ ਗਿਆ ਤਾਂ ਵੀ ਗੱਲ ਬੰਨੀ ਨਹੀਂ ਹੈ। ਸਰਾਣੇ ਵਾਲੇ ਪਾਸੇ ਚੜ੍ਹ ਕੇ ਬੈਠਾ ਬਰਾਬਰੀ ਕਰਨ ਵਾਸਤੇ। ਤੇ ਉਸ ਵੇਲੇ ਸਿੱਖਾਂ ਦੇ ਮਨ ਵਿੱਚ ਬੜਾ ਗੁੱਸਾ ਆਇਆ ਵੀ ਸਤਿਗੁਰਾਂ ਦੇ ਬਰਾਬਰ ਚੜ੍ਹ ਕੇ ਬੈਠਾ। ਤੇ ਕੁਝ ਸਿੱਖਾਂ ਨੇ ਯਤਨ ਵੀ ਕੀਤਾ, ਮਹਾਰਾਜ ਜੀਆਂ ਨੂੰ ਬੇਨਤੀ ਵੀ ਕੀਤੀ ਕਿ ਮਹਾਰਾਜ ਸਾਹਿਬ ਜੀ ਆਪ ਜੀ ਹੁਕਮ ਕਰੋ ਤੇ ਇਸ ਨੂੰ ਉਠਾ ਦਈਏ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਬੈਠਣ ਦਿਓ, ਇਹਦੇ ਮਨ ਦੀ ਤਮੰਨਾ ਹੈ, ਪੂਰੀ ਕਰ ਲੈਣ ਦਿਓ। ਜਦੋਂ ਉਹ ਚਲਾ ਗਿਆ ਨਾ ਨਮਸਕਾਰ ਕਰਕੇ, ਤੇ ਸਿੱਖਾਂ ਨੇ ਆਖਿਆ ਮਹਾਰਾਜ ਇਹ ਤੁਹਾਡੀ ਬਰਾਬਰੀ ਕਰਨੀ ਚਾਹੁੰਦਾ ਸੀ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਮੁਖੋਂ ਬਚਨ ਨਿਕਲ ਗਿਆ, ਕਹਿਣ ਲੱਗੇ ਭਾਈ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਯਤਨ ਤੇ ਭਾਵੇਂ ਕਰ ਲਵੇ, ਪਰ ਕਰ ਕੋਈ ਨਹੀਂ ਸਕਦਾ। ਜਿਸ ਚੌਧਰ ਪੁਣੇ ਦੇ ਮਾਣ ਦੇ ਵਿੱਚ, ਜਿਸ ਮਾਇਆ ਦੇ ਮਾਣ ਦੇ ਵਿੱਚ, ਜਿਸ ਜ਼ਮੀਨ ਦੇ ਮਾਣ ਵਿੱਚ ਇਹਨੇ ਕੁਤਾਹੀ ਕੀਤੀ ਹੈ ਨਾ, ਇਹ ਸਾਰਾ ਕੁਝ ਇਸ ਦਾ ਖਤਮ ਹੋ ਜਾਏਗਾ, ਨਾਸ ਹੋ ਜਾਏਗਾ। ਪਾਤਸ਼ਾਹ ਕਹਿਣ ਲੱਗੇ ਕੋਏ ਨਾ ਪਹੁੰਚਣ ਹਾਰਾ ਦੂਜਾ।
रब दियां भगतां दे बराबर यतन ते बड़ियां ने कीता पर पहुँच कोई नहीं सकिया। दुनिया दा इतिहास, सिख इतिहास, गुरु इतिहास ये गल कहंदा है, यतन करन वाले ते बड़े पर पहुँचया कोई नहीं। हुण गुरु अमरदास पातशाह दी आपां इतिहास दा बचन सरवण करिए ना, तो बाबा दातू जी चाहुंदे भी मैं गुरता गद्दी ते बैठा, जिवें गुरु अमरदास महाराज दी पूजा हुंदी है मेरी भी इसे तरह होवे। यतन ते कीता, खडूर साहब तो चल के गोविंदवाल पहुँच गया, गुरता गद्दी ते बैठ भी गया, पर यतन सफला नहीं होया, गुरु नहीं बन सकिया। यतन ते कीता है पर गुरु की बराबरी हो नहीं सकती है, सगों लत्त विच पीड़ा लैके आया। गया तंदुरुस्त है, जदों घरों चलिया उदों तंदुरुस्त है, बीमारी कोई नहीं है, पर जदों गोविंदवाल तो वापस मुड़िया ना, लत्त विच पीड़ लैके, दर्द लैके वापस मुड़िया। अपनी किन्नी उम्र ये दर्द दे नाल ही जिहड़ा करलाउंदा रहा। गुरु अमरदास पातशाह तो लैके गुरु अर्जन देव पातशाह तक इहदे लत्त दा दर्द नहीं खत्म होया। फिर गुरु अर्जन देव पातशाह की शरण प्राप्त की ते तां जाके दर्द तो मुक्त होया। महाराज कहंदे यतन ते बड़िया करदे दुनिया दे लोग भी रब दे भगतां दे बराबर पहुँचीए, पर पहुँचिया जांदा नहीं। गुरु अर्जन देव पातशाह का इतिहास पढ़िए तो बाबा प्रिथी चंद महाराज का वड्डा भरा है, कदे गद्दी ला के बैठदा है, कदे अपने पुत्र मेहरवान नूं कहंदा भी जिवें गुरु अर्जन देव पातशाह बाणी लिखते ने, रचते ने, शब्द बनाउंदे ने, पुत्रा तू भी शब्द बनाया कर, आने वाले समय में तू गुरु बनना है। कदे मत्था टकाउंदा है, कदे पुत्र नूं कहंदा बाणी लिखिया कर, कदे श्री हरमंदर साहब वर्गा अपना हरमंदर बना लैंदा है। यतन ते बड़े कीते बाबा प्रिथी चंद ने, पर रब दे भगतां दे बराबर पहुँचिया नहीं जांदा। सतगुरु पातशाह कहन लगे यतन करन वाले ते बड़े होए, बराबरी कोई नहीं कर सके। साहिब गुरु हरकृष्ण पातशाह जी गुरता गद्दी ते बराजे, बाबा राम राय वर्गिया ने बड़े यतन किए। गुरु तेग बहादुर पातशाह गुरता गद्दी ते बराजे, धीरमल वर्गिया ने बड़े यतन किए, पर कोई भी गुरु दे बराबर, गुरु भगतां दे बराबर, गुरु सिखां दे बराबर, नाम जपण वाले साधुआं दे बराबर कोई दूजा दुनिया ते पहुँच नहीं सकता। यतन भावें कोई किन्ने भी कर लवे, कोई ना पहुँचन हारा दूजा, उन्हां दे बराबर कोई दूजा पहुँचन वाला नहीं है। अपने साहिब का परवासा कारण की है? सतगुरु कहंदे रब दियां भगतां नूं केवल भरोसा परमात्मा दे नाम दे उपर हुंदा है, परमात्मा दे उपर हुंदा। दुनिया नूं भरोसे ते दुनिया दे होणगे, किसे नूं चाचे दा, मामे दा, नानके दा, दादके दा, दुनिया दे भरोसे ते इस तरह दे ने। किसी नूं राजे दा भरोसा है, पर रब दियां भगतां नूं केवल ते केवल जे भरोसा है तो रब दे उपर है। इस करके दुनिया दे लोग उन्हां दे बराबर तां नहीं पहुँचते। फिर फरमाउंदे हन कोई ना पहुँचण हारा दूजा। पातशाह कहन लगे दूजा कोई दुनिया दा बंदा जे चाहे ना भी रब दियां भगतां नूं मैं दुख दे देंगा, ये यतन भी करे तां भी रब दियां भगतां नूं दुख कोई नहीं दे सकदा। कोई इहो जिहा परमात्मा रहन नहीं दिंदा। महाराज कहन लगे जो जो तेरा भगत दिखाए ओह तत्काल तुम मारा। रब दे भगतां नूं जे दुख देण दा कोई यतन करे, तत्काल तो भाव छेती नाल परमात्मा उस नूं नष्ट कर दिंदा है। भगत प्रहलाद की साखी साडे सामने है, भगत ध्रुव वर्गियां दा इतिहास साडे सामने है, जिन्हां ने भगतां नूं दुख देण दा यतन कीता ना। सतगुरु पातशाह कहन लगे वो फिर आप नाश हो जाते। कोई ना पहुँचन हारा दूजा, रब दे बंदगी करने वाले नूं कोई दुख देने वाला दूजा बराबर पहुँच नहीं सकता। उदा कारण है अपने साहिब का परवासा। रब दे भगतां नूं केवल परमात्मा दे उपर भरोसा है। जो वो करदा है, जो वो करेगा, वो चंगा करेगा, वो भला करेगा। दुनिया के लोगों दुनिया के उपर भरोसा हो सकता है, पर परमात्मा के प्यारियां का भरोसा केवल परमात्मा ते है। इस करके उन्हों की बराबरी हो नहीं सकती है। अपने सतगुर का बलिहार, अपने गुरु तो बलिहार जाइए। साहिब गुरु नानक देव पातशाह महाराज साहब जियां तो बलिहार जाइए, कुर्बान जाइए, सदके जाइए। साहिब गुरु रामदास पातशाह तो बलिहार जाना करिए। गुरु अर्जन देव पातशाह फरमाउंदे अपने सतगुर कै बलिहार है। अपने गुरु तो बल बल जाइए, वारी वारी जाइए, सदके जाइए।
ਜਿਸ ਗੁਰੂ ਨੇ ਐਸੀਆਂ ਦਾਤਾਂ ਸਾਨੂੰ ਬਖਸ਼ੀਆਂ ਹਨ। ਆਗੇ ਸੁਖ ਪਾਛੇ ਸੁਖ ਸਹਜਾ ਘਰ ਆਨੰਦ ਹਮਾਰੇ। ਕਹਿੰਦੇ ਹਿਰਦੇ ਘਰ ਦੇ ਅੰਦਰ, ਜਿਨ੍ਹਾਂ ਦੇ ਅੰਦਰ ਆਨੰਦ ਸਰੂਪ ਪਰਮਾਤਮਾ ਪ੍ਰਗਟ ਹੋਇਆ ਹੈ, ਗੁਰਮੁਖਾਂ ਦਾ ਹਿਰਦਾ, ਜਿਸ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋਇਆ ਹੈ, ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪਾਛੈ ਸੁਖ ਸਹਜਾ, ਗਿਆਨ ਦੇ ਸਮੇਤ ਇਸ ਲੋਕ ਦੇ ਵਿੱਚ ਵੀ ਉਹ ਸੁਖ ਲੈਂਦੇ ਨੇ। ਇਸ ਦੁਨੀਆ ਵਿੱਚ ਜਿੱਥੇ ਆਪਾਂ ਜਨਮ ਲੈ ਕੇ ਆਏ ਆ, ਰੱਬ ਦੇ ਭਗਤਾਂ ਨੂੰ ਇੱਥੇ ਵੀ ਸੁਖ ਹੈ। ਕਿਉਂ ਸੁਖ ਹੈ? ਕਿਉਂਕਿ ਹਿਰਦੇ ਘਰ ਦੇ ਅੰਦਰ ਗਿਆਨ ਸਰੂਪ ਪਰਮਾਤਮਾ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਤੇ ਪਾਤਸ਼ਾਹ ਫਰਮਾਉਂਦੇ ਆਗੇ ਸੁਖ, ਅੱਗੇ ਪਰਲੋਕ ਦੇ ਵਿੱਚ ਜਿੱਥੇ ਸਰੀਰ ਛੱਡ ਕੇ ਜਾਣਾ, ਰੇ ਰੇ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸੁਭ ਦਿਓ। ਗੁਰਮੁਖਾਂ ਦਾ ਇਸ ਲੋਕ ਦੇ ਵਿੱਚ ਵੀ ਮਾਣ ਸਨਮਾਨ ਹੈ। ਜਦੋਂ ਸਰੀਰ ਛੱਡ ਕੇ ਪਰਲੋਕ ਨੂੰ ਜਾਂਦੇ, ਪਰਲੋਕ ਦੇ ਵਿੱਚ ਵੀ ਮਾਣ ਸਨਮਾਨ ਹੈ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਇਹ 10ਵੇਂ ਪਾਤਸ਼ਾਹ ਨੇ ਬਚਨ ਲਿਖੇ ਨੇ। ਮਹਾਰਾਜ ਕਹਿਣ ਲੱਗੇ ਹਿਰਦੇ ਘਰ ਦੇ ਅੰਦਰ ਜਿਨ੍ਹਾਂ ਨੂੰ ਪ੍ਰਮਾਤਮਾ ਆਨੰਦ ਸਰੂਪ ਪਰਮਾਤਮਾ ਪ੍ਰਗਟ ਹੋਇਆ, ਭਾਈ ਜਿਹੜਾ ਗਿਆਨ ਦੇਣ ਵਾਲਾ ਹੈ, ਉਹਨਾਂ ਨੂੰ ਇਸ ਲੋਕ ਦੇ ਵਿੱਚ ਵੀ ਸੁਖ ਪ੍ਰਾਪਤ ਹੁੰਦੇ। ਅਤੇ ਜਦੋਂ ਤਨ ਛੱਡ ਕੇ ਸਰੀਰ ਛੱਡ ਕੇ ਪਰਲੋਕ ਨੂੰ ਜਾਂਦੇ, ਸੱਚਖੰਡ ਦੇ ਵਾਸੀ ਬਣਦੇ, ਉੱਥੇ ਵੀ ਉਹਨਾਂ ਗੁਰਮੁਖਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਰਹਾਉ ਅੰਤਰ ਜਾਮੀ ਕਰੈ ਹਾਰਾ, ਸੋਈ ਖਸਮ ਹਮਾਰਾ। ਨੂੰ ਕਰਨ ਵਾਲਾ, ਦੁਨੀਆ ਨੂੰ ਬਣਾਉਣ ਵਾਲਾ ਪਰਮਾਤਮਾ ਅੰਤਰਜਾਮੀ ਹੈ, ਮਨ ਦੀ ਜਾਣਨ ਵਾਲਾ। ਕਿਸੇ ਵੈਦ ਕੋਲ ਵੀ ਚਲਾ ਜਾਵੇਗਾ ਨਾ, ਜਾ ਕੇ ਦੱਸਣਾ ਪੈਣਾ ਮੈਨੂੰ ਇਹ ਦੁੱਖ ਹੈ, ਮੇਰੇ ਇੱਥੇ ਦਰਦ ਹੁੰਦੀ ਹੈ। ਭਾਵੇਂ ਕਿ ਬੱਚਾ ਮਾਂ ਦੇ ਹੱਥਾਂ ਵਿੱਚ ਪਲਿਆ ਹੈ, ਪਰ ਜੇ ਦੁੱਖ ਆਇਆ, ਪੀੜ ਹੋਈ ਹੈ, ਦਰਦ ਹੋਈ ਹੈ, ਤੇ ਮਾਂ ਨੂੰ ਵੀ ਬੋਲ ਕੇ ਦੱਸਣਾ ਪੈਂਦਾ ਬੱਚੇ ਨੂੰ ਮੈਨੂੰ ਇਹ ਦਰਦ ਹੈ। ਪਰ ਕਹਿਣ ਲੱਗੇ ਪ੍ਰਮਾਤਮਾ ਇਹੋ ਜਿਹਾ ਹੈ, ਦੁਨੀਆ ਬਣਾਉਣ ਵਾਲਾ, ਅੰਤਰਜਾਮੀ, ਉਹਨੂੰ ਦੱਸਣਾ ਨਹੀਂ ਪੈਂਦਾ ਵੀ ਮੈਨੂੰ ਬਿਪਤਾ ਕੀ ਹੈ, ਮੈਨੂੰ ਪੀੜਾ ਕੀ ਹੈ, ਮੈਨੂੰ ਦੁੱਖ ਕੀ ਹੈ। ਬਿਨਾਂ ਕਹਿਣ ਤੋਂ, ਬਿਨਾਂ ਦੱਸਣ ਤੋਂ ਉਹ ਜਾਣਦਾ ਹੈ। ਇਸ ਕਰਕੇ ਉਸ ਨੂੰ ਆਖਿਆ ਜਾਂਦਾ ਅੰਤਰਜਾਮੀ, ਮਨ ਦੀ ਜਾਣਨ ਵਾਲਾ, ਤੇਰੇ ਅੰਦਰ ਦੀ ਜਾਣਨ ਵਾਲਾ। ਕੁਝ ਗੱਲਾਂ ਉਹ ਹੁੰਦੀਆਂ ਜਿਹੜੀਆਂ ਦੁਨੀਆ ਦੇ ਸਾਹਮਣੇ ਅਸੀਂ ਬੋਲ ਕੇ ਨਹੀਂ ਦੱਸ ਸਕਦੇ। ਦੁਨੀਆ ਮਿਹਣਾ ਮਾਰੇਗੀ, ਦੁਨੀਆ ਤਾਨਾ ਦੇਵੇਗੀ। ਜਿਹੜੀਆਂ ਦੁਨੀਆ ਨੂੰ ਬੋਲ ਕੇ ਨਹੀਂ ਨਾ ਦੱਸੀਆਂ ਜਾਂਦੀਆਂ, ਉਹ ਪਰਮਾਤਮਾ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ। ਅੰਦਰੋਂ ਆਪਣੇ ਆਪ ਹੀ ਉਹ ਬੁੱਝ ਲੈਂਦਾ, ਉਹ ਜਾਣ ਲੈਂਦਾ ਇਹਨੂੰ ਕੀ ਚਾਹੀਦਾ ਹੈ। ਸਤਿਗੁਰੂ ਫਰਮਾਉਂਦੇ ਅੰਤਰਜਾਮੀ ਕਰਨੈ ਹਾਰਾ, ਦੁਨੀਆ ਬਣਾਉਣ ਵਾਲਾ, ਦੁਨੀਆ ਨੂੰ ਕਰਨ ਵਾਲਾ, ਅੰਦਰ ਦੀਆਂ ਜਾਣਨ ਵਾਲਾ ਹੈ ਉਹ ਜਿਹੜਾ ਪਰਮਾਤਮਾ। ਸੋਈ ਖਸਮ ਹਮਾਰਾ, ਉਹ ਹੈ ਸਾਡਾ ਪਿਆਰਾ ਮਾਲਕ। ਮਾਲਕ ਤੇ ਦੁਨੀਆ ਤੇ ਬੜੇ ਬਣੇ ਫਿਰਦੇ, ਪਰ ਸਾਡਾ ਮਾਲਕ ਕੌਣ ਹੈ? ਜਿਹੜਾ ਬਿਨਾਂ ਦੱਸਿਆ ਅੰਦਰੋਂ ਜਾਣ ਲਵੇ। ਸਾਡਾ ਮਾਲਕ ਉਹ ਹੈ ਜਿਹਨੇ ਦੁਨੀਆ ਬਣਾਈ ਹੈ, ਜਿਹਨੇ ਸ੍ਰਿਸ਼ਟੀ ਸਾਜੀ ਹੈ, ਉਹ ਸਾਡਾ ਮਾਲਕ ਹੈ। ਅਸੀਂ ਉਸ ਦੇ ਸਿੱਖ ਬਣੇ ਹਾਂ। ਨਿਰਭਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ। ਅਰਜਨ ਦੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਗੁਰ ਚਰਨੀ ਲਾਗੇ। ਜਿਹੜੇ ਗੁਰੂ ਚਰਨਾਂ ਨਾਲ ਲੱਗੇ ਨੇ ਨਾ, ਗੁਰੂ ਚਰਨਾਂ ਨਾਲ ਜੁੜੇ ਨੇ, ਉਹ ਦੁਨੀਆ ਵੱਲੋਂ ਨਿਰਭਉ ਹੋ ਗਏ, ਦੁਨੀਆ ਵੱਲੋਂ ਡਰ ਤੋਂ ਰਹਿਤ ਹੋ ਗਏ, ਦੁਨੀਆ ਦਾ ਡਰ ਖਤਮ ਹੋ ਗਿਆ। ਸਮੇਂ ਦੀ ਸਰਕਾਰ ਡਰ ਦੇਣਾ ਤੇ ਚਾਹੁੰਦੀ ਹੈ, ਡਰ ਦੇਣ ਵਾਸਤੇ ਕਈ ਤਰ੍ਹਾਂ ਦੇ ਤਸੀਹੇ ਦਿੰਦੀ ਹੈ, ਤਸ਼ੱਦਦ ਕਰਦੀ ਹੈ, ਪਰ ਜਿਹੜੇ ਨਿਰਭਉ ਦੇ ਨਾਲ ਜੁੜ ਗਏ ਉਹਨਾਂ ਦਾ ਦੁਨੀਆ ਦਾ ਡਰ ਖਤਮ ਹੋ ਜਾਂਦਾ ਹੈ। ਮਹਾਨ ਗੁਰਸਿੱਖ, ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਡਰ ਦੇਣ ਵਾਸਤੇ, ਡਰਾਉਣ ਵਾਸਤੇ ਜਿੰਨੇ ਸਿੱਖਾਂ ਨੂੰ ਨਾਲ ਗ੍ਰਿਫਤਾਰ ਕੀਤਾ ਨਾ ਬਾਬਾ ਬੰਦਾ ਸਿੰਘ ਬਹਾਦਰ ਦੇ, ਪਹਿਲਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਦਿੱਲੀ ਵਿਖੇ। ਉਹਨਾਂ ਦਾ ਕਤਲ ਹੁੰਦਾ ਵੇਖ ਕੇ, ਸ਼ਹੀਦੀਆਂ ਹੁੰਦੀਆਂ ਵੇਖ ਕੇ ਹੋ ਸਕਦਾ ਡਰ ਜਾਵੇ, ਸਾਡੀ ਗੱਲ ਮੰਨ ਲਵੇ। ਜਦੋਂ ਸਾਰੇ ਸ਼ਹੀਦ ਕਰ ਦਿੱਤੇ, ਨਹੀਂ ਗੱਲ ਬਣੀ, ਨਹੀਂ ਡਰ ਆਇਆ ਮਨ ਦੇ ਵਿੱਚ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਜਿਹੜਾ ਛੋਟੀ ਉਮਰ ਦਾ ਹੀ ਹੈ, ਨਾਮ ਹੈ ਅਜੀਤ ਸਿੰਘ, ਉਸ ਨੂੰ ਗ੍ਰਿਫਤਾਰ ਕੀਤਾ, ਉਸ ਨੂੰ ਕਤਲ ਕੀਤਾ ਗਿਆ ਬਾਪ ਦੇ ਸਾਹਮਣੇ। ਬੱਚੇ ਦਾ ਕਲੇਜਾ ਕੱਢ ਕੇ
ਮੂੰਹ ਦੇ ਵਿੱਚ ਪਾਇਆ ਜਾਂਦਾ। ਕਾਹਦੇ ਵਾਸਤੇ? ਡਰਾਉਣ ਵਾਸਤੇ। ਡਰ ਜਾਵੇ, ਸਾਡੀ ਈਨ ਮੰਨ ਲਵੇ। ਕਦੇ ਜਮੂਰਾਂ ਦੇ ਨਾਲ ਨਹੁੰ ਖਿੱਚੇ ਜਾਂਦੇ, ਕਦੇ ਜਮੂਰਾਂ ਦੇ ਨਾਲ ਮਾਸ ਖਿੱਚਿਆ ਜਾਂਦਾ। ਜਿਹੜਾ ਜੁੱਤੀਆਂ ਗੰਢਣ ਵਾਲਾ ਮੋਚੀ ਹੈ ਨਾ, ਜੁੱਤੀ ਗੰਢਦਾ, ਤੇ ਜੁੱਤੀ ਦੇ ਲੱਗੇ ਹੋਏ ਚਮੜੇ ਨੂੰ ਆਪਣੇ ਜਮੂਰ ਦੇ ਨਾਲ ਉਹ ਖਿੱਚਦਾ। ਜਿਹੜਾ ਜਮੂਰ ਜਿਹੜਾ ਹੈ ਜੁੱਤੀ ਵਿੱਚ ਵਧੇ ਹੋਏ ਚਮੜੇ ਨੂੰ ਖਿੱਚ ਕੇ ਕੱਟ ਕੇ ਪਰੇ ਕਰਦਾ। ਜਮੂਰ ਜਿਹੜਾ ਹੈ ਜੁੱਤੀ ਵਿੱਚ ਲੱਗੇ ਕਿੱਲ ਨੂੰ ਪੱਟ ਦਿੰਦਾ। ਉਹਨਾਂ ਜਮੂਰਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਸ ਨੂੰ ਖਿੱਚਿਆ ਗਿਆ, ਬੋਟੀਆਂ ਕੱਢੀਆਂ ਗਈਆਂ। ਕਾਹਦੇ ਵਾਸਤੇ? ਡਰ ਦੇਣ ਵਾਸਤੇ। ਡਰ ਜਾਵੇ, ਸਾਡੀ ਗੱਲ ਮੰਨ ਲਵੇ। ਤੇ ਪਾਤਸ਼ਾਹ ਕਹਿਣ ਲੱਗੇ ਨਿਰਭਉ ਭੈ ਗੁਰ ਚਰਣੀ ਲਾਗੇ। ਜਿਹੜੇ ਗੁਰੂ ਚਰਨਾਂ ਨਾਲ ਲੱਗ ਗਏ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਪ੍ਰਾਪਤ ਕਰਕੇ ਗੁਰਬਖਸ਼ ਸਿੰਘ ਬਣ ਕੇ, ਮਾਧੋ ਦਾਸ ਬੈਰਾਗੀ ਤੋਂ ਗੁਰਬਖਸ਼ ਸਿੰਘ ਬਣ ਕੇ ਚੱਲਿਆ। ਜਿਹੜਾ ਗੁਰੂ ਚਰਨਾਂ ਨਾਲ ਜੁੜ ਗਿਆ, ਲੱਗ ਗਿਆ, ਉਹ ਦੁਨੀਆ ਦੇ ਲੋਕ ਉਹਨੂੰ ਡਰ ਨਹੀਂ ਦੇ ਸਕਦੇ। ਨਿਰਭਉ ਭੈ ਗੁਰ ਚਰਣੀ ਲਾਗੇ। ਗੁਰੂ ਚਰਨਾਂ ਨਾਲ ਜਿਹੜੇ ਲੱਗੇ ਨੇ, ਜੁੜੇ ਨੇ, ਉਹ ਡਰ ਤੋਂ ਰਹਿਤ ਹੋ ਜਾਂਦੇ। ਦੁਨੀਆ ਦੇ ਲੋਕ, ਦੁਨੀਆ ਦੀਆਂ ਸਰਕਾਰਾਂ ਡਰਾ ਨਹੀਂ ਸਕਦੀਆਂ। ਕੱਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਨਹੀਂ ਹੈ। ਭਾਈ ਤਾਰੂ ਸਿੰਘ ਦੀ ਸ਼ਹੀਦੀ ਕਿਵੇਂ ਹੋਈ ਆਪਾਂ ਜਾਣਦੇ ਹਾਂ। ਭਾਈ ਸ਼ਾਹਬਾਜ਼ ਸਿੰਘ, ਸ਼ਬੇਗ ਸਿੰਘ ਦੀ ਸ਼ਹੀਦੀ ਕਿਵੇਂ ਹੋਈ, ਪ੍ਰਸੰਗ ਆਪਾਂ ਜਾਣਦੇ ਹਾਂ। ਭਾਈ ਮਣੀ ਸਿੰਘ ਜੀਆਂ ਦਾ ਬੰਦ ਕੱਟਿਆ ਗਿਆ। ਸਾਡੀ ਉਂਗਲ ਤੇ ਕਿਤੇ ਕੰਡਾ ਚੁੱਭ ਜਾਏ ਤੇ ਹਾਏ ਨਿਕਲਦਾ ਮੂੰਹ ਦੇ ਵਿੱਚ। ਇੱਕ ਇੱਕ ਅੰਗ ਨੂੰ ਟੋਕੇ ਦੇ ਨਾਲ ਵੱਢਿਆ ਗਿਆ। ਕਾਹਦੇ ਵਾਸਤੇ? ਡਰਾਉਣ ਵਾਸਤੇ। ਉਂਗਲ ਵੱਢੀ ਜਾਏਗੀ, ਖੂਨ ਵੇਖ ਕੇ ਡਰੇਗਾ। ਹੱਥ ਵੱਢਿਆ ਜਾਵੇਗਾ, ਪੀੜਾ ਦੇ ਨਾਲ ਕੁਰਲਾਏਗਾ ਤੇ ਸਾਡੀ ਮਿਹਨਤ ਕਰੇਗਾ। ਤਾਂ ਹੀ ਇਹ ਤਸੀਹਾ ਦਿੱਤਾ ਗਿਆ ਨਾ, ਮਾਰਨਾ ਤੇ ਝੱਟ ਦਾ ਕੰਮ ਆ। ਗੋਲੀ ਮਾਰ ਕੇ ਵੀ ਮਾਰਿਆ ਜਾ ਸਕਦਾ, ਫਾਹੇ ਟੰਗ ਕੇ ਵੀ ਮਾਰਿਆ ਜਾ ਸਕਦਾ, ਪਰ ਮਾਰਨਾ ਹੀ ਨਹੀਂ, ਡਰਾਉਣਾ ਵੀ ਹੈ ਨਾਲ। ਮਹਾਰਾਜ ਕਹਿਣ ਲੱਗੇ ਨਿਰਭਉ ਭੈ ਗੁਰ ਚਰਣੀ ਲਾਗੇ। ਭਾਈ ਮਣੀ ਸਿੰਘ ਨੇ ਦਰਸ਼ਨ ਕੀਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ। ਉਹਨਾਂ ਦੇ ਕੋਲੋਂ ਗੁਰਬਾਣੀ ਸਰਵਣ ਕੀਤੀ ਹੈ। ਜਿਹੜੇ ਗੁਰੂ ਚਰਨਾਂ ਨਾਲ ਲੱਗ ਗਏ ਭਾਈ, ਉਹਨਾਂ ਨੂੰ ਡਰਾਇਆ ਨਹੀਂ ਜਾ ਸਕਦਾ। ਨਿਰਭਉ ਭੈ, ਉਹ ਨਿਰਭਉ ਹੋ ਗਏ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗੁਵਾਸੀ। ਉਹਨਾਂ ਦੇ ਭਉ ਤੇ ਗਵਾਚ ਜਾਂਦੇ, ਦੂਰ ਚਲੇ ਜਾਂਦੇ। ਪਾਤਸ਼ਾਹ ਫਰਮਾਉਂਦੇ ਹਨ ਇੱਕ ਆਮ ਨਾਮ ਆਧਾਰਾ। ਅੱਜ ਦਾਤਾਂ ਮਿਲੀਆਂ ਕਿਵੇਂ ਨੇ? ਜੇ ਅਸੀਂ ਵੀ ਇਹ ਦਾਤ ਲੈਣੀ ਹੋਵੇ, ਦੁਨੀਆ ਵੱਲੋਂ ਬੇਖੌਫ ਹੋਣਾ ਹੋਵੇ, ਦੁਨੀਆ ਦਾ ਡਰ ਅਸੀਂ ਆਪਣੇ ਮਨ ਵਿੱਚੋਂ ਕੱਢਣਾ ਹੋਵੇ, ਤੇ ਸਾਨੂੰ ਕੀ ਕਰਨਾ ਚਾਹੀਦਾ? ਕਿ ਇਹ ਦਾਤ ਉਹਨਾਂ ਸ਼ਹੀਦਾਂ ਸਿੰਘਾਂ ਤੱਕ ਸੀ ਜਿਨ੍ਹਾਂ ਦਾ ਨਾਮ ਸਰਵਣ ਕੀਤਾ ਕਿ ਅੱਜ ਵੀ ਉਹ ਦਾਤ ਪ੍ਰਾਪਤ ਹੋ ਸਕਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇੱਕ ਰਾਮ ਦੇ ਨਾਮ ਦਾ ਆਸਰਾ ਬਣਾ ਲਾ, ਉਹ ਦਾਤ ਅੱਜ ਤੈਨੂੰ ਪ੍ਰਾਪਤ ਹੋ ਜਾਏਗੀ। ਉਹ ਦਾਤ ਅੱਜ ਤੈਨੂੰ ਵੀ ਮਿਲੇਗੀ। 1984 ਤੋਂ ਉਪਰੰਤ ਬੜੇ ਬੜੇ ਮਹਾਨ ਗੁਰਸਿੱਖ ਹੋਏ ਜਿਨ੍ਹਾਂ ਨੂੰ ਪੁਲਿਸ ਨੇ ਪਕੜ ਕੇ, ਸਮੇਂ ਦੀਆਂ ਸਰਕਾਰਾਂ ਨੇ ਪਕੜ ਕੇ ਜੇਲ੍ਹਾਂ ਦੇ ਵਿੱਚ ਲਿਜਾ ਕੇ ਬੜੇ ਬੜੇ ਤਸੀਹੇ ਦਿੱਤੇ ਗਏ। ਕਿਸੇ ਦਾ ਮਾਸ ਚੀਰ ਕੇ ਉਹਦੇ ਵਿੱਚ ਲੂਣ ਪਾਇਆ ਗਿਆ, ਕਿਸੇ ਦੇ ਉੱਪਰ ਤੱਤੀਆਂ ਪ੍ਰੈਸਾਂ ਲਾਈਆਂ ਗਈਆਂ, ਕਰੰਟ ਨੂੰ ਚਾਲੂ ਕਰਕੇ ਆਖਣਾ ਇਹਦੇ ਉੱਪਰ ਹੁਣ ਬਾਥਰੂਮ ਕਰ। ਇਹੋ ਜਿਹੇ ਦੁੱਖ ਤੇ ਤਸ਼ੱਦਦ ਕੀਤੇ ਗਏ, ਦੁੱਖ ਦਿੱਤੇ ਗਏ। ਮਹਾਰਾਜ ਕਹਿਣ ਲੱਗੇ ਇੱਕ ਰਾਮ ਨਾਮ ਆਧਾਰਾ, ਜਿਨ੍ਹਾਂ ਦੀ ਜ਼ੁਬਾਨ ਦੇ ਉੱਪਰ ਵਾਹਿਗੁਰੂ ਵਾਹਿਗੁਰੂ ਚੱਲਦਾ ਹੈ। ਦੁਨੀਆ ਨੇ ਦੁੱਖ ਤੇ ਬੜੇ ਦਿੱਤੇ, ਕਸ਼ਟ ਤੇ ਬੜੇ ਦਿੱਤੇ, ਪਰ ਧਰਮ ਤੋਂ ਡਲਾ ਨਹੀਂ ਸਕੇ। ਅੱਜ ਵੀ ਉਹ ਕਿਰਪਾ ਸਤਿਗੁਰਾਂ ਦੀ, ਗੁਰੂ ਕੇ ਸਿੱਖ ਦੇ ਉੱਪਰ, ਗੁਰੂ ਖਾਲਸੇ ਦੇ ਉੱਪਰ ਬਰਸਦੀ ਹੈ। ਅੱਜ ਵੀ ਉਹ ਨਿਰਭਉ ਹੋ ਕੇ, ਬੇਖੌਫ ਹੋ ਕੇ ਦੁਨੀਆ ਵਿੱਚ ਵਿਚਰਦੇ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਵੀ ਹੋਵਨ ਹਾਰਾ। ਪਰਮੇਸ਼ਰ ਦੀ ਮੂਰਤੀ ਜਿਹੜੀ ਹੈ ਕਾਲ ਤੋਂ ਰਹਿਤ ਹੈ। ਕਾਲ ਜਿਹੜਾ ਸਮਾਂ ਹੈ ਨਾ, ਉਹ ਪਰਮਾਤਮਾ ਦੇ ਉੱਪਰ ਲਾਗੂ ਨਹੀਂ ਹੁੰਦਾ। ਸਾਡੇ ਤੇ ਸਮਾਂ ਲਾਗੂ ਹੈ। ਸਾਡਾ ਜਨਮ ਹੋਇਆ, ਬਚਪਨ ਹੋਇਆ, ਜਵਾਨੀ ਹੋਈ, ਬੁਢੇਪਾ ਹੋਇਆ, ਮੌਤ ਹੋਣੀ ਹੈ। ਇਹ ਸਮਾਂ ਪਰਮਾਤਮਾ ਤੇ ਲਾਗੂ ਨਹੀਂ ਹੈ। ਨਾ ਜਨਮ ਹੈ, ਨਾ ਬਜ਼ੁਰਗੀ ਹੈ, ਨਾ ਮੌਤ ਹੈ। ਪਾਤਸ਼ਾਹ ਕਹਿਣ ਲੱਗੇ ਉਸ ਦੀ ਮੂਰਤੀ ਜਿਹੜੀ ਹੈ ਨਾ ਕਾਲ ਤੋਂ ਰਹਿਤ ਹੈ। ਉਸ ਨੂੰ ਤਾਂ ਕਿਹਾ ਜਾਂਦਾ ਅਕਾਲ ਮੂਰਤ, ਸਮੇਂ ਤੋਂ ਬਾਹਰ।
ਉਸ ਪ੍ਰਮਾਤਮਾ ਦੇ ਦਰਸ਼ਨ ਕਰਨੇ ਨੇ ਸਫਲ ਦਰਸ਼ਨ, ਉਹਦਾ ਦਰਸ਼ਨ ਸਫਲਾ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਪਾਂ ਦਰਸ਼ਨ ਕਰਦੇ ਨਾ, ਇਹ ਦਰਸ਼ਨ ਸਫਲਾ ਹੈ। ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹੋ ਜਿਹੇ ਗੁਰਸਿੱਖ ਵੀ ਦੁਨੀਆ ਤੇ ਹਨ ਜਿਹੜੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਦਰਸ਼ਨ ਕਰਦੇ, ਫਿਰ ਆਪਣੇ ਮੂੰਹ ਦੇ ਵਿੱਚ ਅੰਨ ਦਾ ਦਾਣਾ ਗ੍ਰਹਿਣ ਕਰਦੇ। ਇਹ ਉਹਨਾਂ ਦੀ ਇੱਕ ਭਾਵਨਾ ਹੈ, ਇੱਕ ਸ਼ਰਧਾ ਹੈ। ਉਹਨਾਂ ਗੁਰਮੁਖਾਂ ਦੇ ਦਰਸ਼ਨ ਕੀਤੇ ਸਫਲੇ, ਜਿਨ੍ਹਾਂ ਨੇ ਅਕਾਲ ਦੀ ਮੂਰਤੀ ਪ੍ਰਮਾਤਮਾ ਦੇ ਦਰਸ਼ਨ ਕੀਤੇ। ਪ੍ਰਭ ਹੈ ਭੀ ਹੋਵਨ ਹਾਰਾ, ਉਹ ਪ੍ਰਮਾਤਮਾ ਹੁਣ ਵੀ ਹੈ। ਆਪਾਂ ਬੈਠੇ ਆ, ਪ੍ਰਮਾਤਮਾ ਅੱਜ ਵੀ ਮੌਜੂਦ ਹੈ। ਭੀ ਜਿਹੜਾ ਸਮਾਂ ਪਿੱਛੇ ਲੰਘ ਗਿਆ, ਕੱਲ ਲੰਘ ਗਈ ਹੈ, ਪਿਛਲੇ ਸਮੇਂ ਦੇ ਵਿੱਚ ਵੀ ਉਹ ਪ੍ਰਮਾਤਮਾ ਸੀ। ਹੋਵਨ ਹਾਰਾ ਜਿਹੜਾ ਸਮਾਂ ਅੱਗੇ ਕੱਲ ਨੂੰ ਆਉਣਾ ਹੈ, ਅਗਲੀ ਸਦੀ ਵਿੱਚ ਆਉਣਾ, ਉਦੋਂ ਵੀ ਉਹ ਪ੍ਰਮਾਤਮਾ ਮੌਜੂਦ ਹੋਵੇਗਾ। ਤਿੰਨਾਂ ਕਾਲਾਂ ਵਿੱਚ ਉਹ ਰਹਿਣ ਵਾਲਾ ਹੈ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਆਪਣੀ ਪ੍ਰੀਤੀ ਦਾ ਪਿਆਲਾ ਪਿਆਲ ਕੇ ਉਹ ਪ੍ਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ। ਦੁਨੀਆ ਵਿੱਚ ਸਾਨੂੰ ਲੋਕ ਮਿਲਦੇ ਨੇ, ਕੁਝ ਲੋਕਾਂ ਨੂੰ ਅਸੀਂ ਮਾੜਾ ਜਿਹਾ ਸਿਰ ਹਿਲਾ ਕੇ ਨਮਸਕਾਰ ਕਰਦੇ, ਕਿਉਂਕਿ ਸਾਡਾ ਲੱਗਦਾ ਕੁਝ ਨਹੀਂ ਹੈ, ਕੇਵਲ ਇੱਕ ਦੁਨਿਆਵੀ ਇਹ ਮਰਿਆਦਾ ਬਣੀ ਹੋਈ ਹੈ। ਕੁਝ ਲੋਕ ਉਹ ਨੇ ਜਿਨ੍ਹਾਂ ਨੂੰ ਅਸੀਂ ਹੱਥ ਮਿਲਾ ਲੈਂਦੇ, ਉਹਨਾਂ ਦਾ ਹਾਲ ਚਾਲ ਪੁੱਛ ਲੈਂਦੇ, ਪਰ ਜਿਹੜੇ ਸਾਡੇ ਖਾਸ ਹੁੰਦੇ ਨੇ, ਸਾਡੇ ਖੂਨ ਦੇ ਰਿਸ਼ਤੇ ਨੇ, ਉਹਨਾਂ ਦੇ ਅਸੀਂ ਗੱਲ ਆ ਕੇ ਮਿਲੀਦਾ, ਉਹਨਾਂ ਨਾਲ ਸਾਡਾ ਪ੍ਰੇਮ ਹੈ, ਸਨੇਹ ਹੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ। ਜਿਵੇਂ ਅਸੀਂ ਆਪਣੇ ਕਿਸੇ ਪਿਆਰੇ ਨੂੰ ਆਪਣੇ ਗਲ ਦੇ ਨਾਲ ਲਾਉਂਦੇ ਹਾਂ, ਪਰਮਾਤਮਾ ਆਪਣੇ ਭਗਤਾਂ ਨੂੰ ਇਸ ਤਰ੍ਹਾਂ ਗਲ ਦੇ ਨਾਲ ਲਾ ਕੇ ਰੱਖਦਾ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੇ ਭਗਤਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ। ਆਪਣੀ ਪ੍ਰੀਤ ਪਿਆਰਾ, ਆਪਣੀ ਪ੍ਰੀਤੀ ਦਾ ਪਿਆਲਾ ਪਿਆਲ ਕੇ, ਪਿਆਰੇ ਬਣਾ ਕੇ ਉਹਨਾਂ ਨੂੰ ਆਪਣੇ ਨਾਲ ਰੱਖਦਾ। ਐਸੀ ਬਖਸ਼ਿਸ਼ ਕਰਦਾ ਹੈ। ਵੱਡੇ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਫਰਮਾਉਂਦੇ ਪਰਮਾਤਮਾ ਦੀ ਵਡਿਆਈ ਬੜੀ ਵੱਡੀ ਹੈ। ਜੇ ਸਭ ਮਿਲ ਕੇ ਆਖਣ ਪਾਹੇ, ਸਾਰੀ ਦੁਨੀਆ ਕਹਿਣ ਲੱਗ ਪਵੇ, ਤੇ ਉਹਦੀ ਵਡਿਆਈ ਦਾ ਅੰਤ ਕੋਈ ਨਹੀਂ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਵੱਡੀ ਵਡਿਆਈ, ਉਹਦੀ ਵਡਿਆਈ ਬਹੁਤ ਵੱਡੀ ਹੈ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਪਰਮਾਤਮਾ ਤੂੰ ਵੱਡਿਆਂ ਤੋਂ ਵੱਡਾ ਹੈ। ਅਚਰਜ ਸੋਭਾ, ਤੇਰੀ ਸੋਭਾ ਹੈਰਾਨ ਕਰਨ ਵਾਲੀ ਹੈ। ਇਹੋ ਜੀ ਤੇਰੀ ਵਡਿਆਈ ਹੈ, ਜਿਹੜਾ ਸੁਣਦਾ ਉਹ ਵੀ ਹੈਰਾਨ ਹੋ ਜਾਂਦਾ ਵੀ ਪਰਮਾਤਮਾ ਇਹ ਕੰਮ ਕਰਦਾ ਹੈ। ਜਿਹੜੇ ਤੇਰੇ ਨਾਮ ਜਪਦੇ ਨੇ ਸਾਧੂ ਮਹਾਤਮਾ ਗੁਰਮੁਖ, ਉਹਨਾਂ ਦੇ ਕੌਤਕ ਵੀ ਹੈਰਾਨ ਕਰਨ ਵਾਲੇ ਨੇ। ਅਗਮ ਆਗਾਜ਼ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਜੇ ਪਰਮਾਤਮਾ ਹੈਰਾਨ ਕਰਨ ਵਾਲੇ ਕੰਮ ਕਰਦਾ ਹੈ, ਪਰਮਾਤਮਾ ਦੇ ਭਗਤ ਵੀ ਹੈਰਾਨ ਕਰਨ ਵਾਲੇ ਕੰਮ ਕਰਦੇ ਨੇ। ਕਾਰਜ ਆਇਆ ਰਸੇ, ਗੁਰਮੁਖਾਂ ਨੇ ਨਾਮ ਜਪਿਆ, ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਉਹਨਾਂ ਦੇ ਸਾਰੇ ਕਾਰਜ ਸਫਲੇ ਹੁੰਦੇ ਹਨ। ਨਾਨਕ ਗੁਰਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਅਰਜਨ ਦੇ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਨਾਸ ਹੋ ਜਾਂਦੇ। ਸੁਣਿਆ ਦੁਖ ਪਾਪ ਕਾ ਨਾਸ, ਦੁੱਖ ਵੀ ਤੇ ਪਾਪ ਵੀ ਨਾਸ ਹੋ ਗਏ। ਜਿਨ੍ਹਾਂ ਨੂੰ ਪੂਰਾ ਗੁਰੂ ਪ੍ਰਾਪਤ ਹੋਇਆ, ਸਗਲੇ ਦੁੱਖ ਇੱਕ ਨਹੀਂ, ਸਾਰੇ ਜਿੰਨੇ ਤਮਾਮ ਜ਼ਿੰਦਗੀ ਵਿੱਚ ਮਿਲੇ ਨੇ, ਜਿੰਨੇ ਮਿਲਨੇ ਨੇ, ਸਾਰੇ ਨਾਸ ਕਰ ਦਿੰਦਾ। ਐਸਾ ਉਹ ਸਮਰੱਥ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸੇ ਮੇਲ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਨਾਨਕ ਗੁਰਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ